गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक रचना सिरलेख है माता पिता निस्तारण। समा कई वलेट खा गया जदों तलवंडी विच जगतनाथ श्री गुरु नानक देव जी बालपुणे दे अपने कौतक करया करदे सन। सुल्तानपुर दे मोदी खाने ते वेई ते दरब लुटावन दे सारे समय बीत चुके हैं। उदासी वैराग रसक वैराग रंगां दे स्वामी जी दूर दूर देशां विच हो आए हैं। अनेकां जियां दे उधार कर आए हैं ते अटके पार ला आए हैं। अनेकां नवें ला आए हैं, नवें छटे दे आए हैं। परदेसां तो आके एक वेरी तलवंडी हो के हुण एक दौरा अपने देश दा भी कर आए हैं। जीवां दे घट दीप जगा आए हैं ते कई कुफरगढ़ तोड़ आए हैं। हुण आए घर हैं पर हैन अज अपने बाहरले फकीराना भेस विच ही। घर बाहर नूं एको करके दसन वाले जदों के वाहिगुरु संग होवे, वैराग उदास मार्ग दे चलावण हार जी हुण उदास होके भी फिर घर बैठे हैं। माता तृप्ता दे घर फिर जोत जग रही है, पर हुण पुत्र वो निक्का जिहा बालका नहीं, हुण वो अपने रंगां विच पूरी तरह चमकण वाला मध्यान दा सूरज है। पर मापियां दा मोह अजे मोह है, अजे भी फकीरी भेख उतारे, गृहस्थी बाणा धारे, बाल बच्चे वोटी नूं पास रखे, असी बिरध हां परदेस ना जावे। गुरु नानक जी उन्हां दे दिलां दियां ਉਹ ਜਾਣਦੇ ਹਨ, पर फिर भी अजकल उन्हां दे ही घर बैठे हैं। कीर्तन भी उत्थे ही हुंदा है, प्रेमी भी आउंदे हैं, दूर नेड़े दे जग्यासू भी पुछां दसां शुभ मतां ते कल्याण लैण पुजदे हैं। पिता कालू जी एक दिन ਜਾਂਚਦੇ ਸੋਚਦੇ ਘਰ ਵਾਲੀ ਨਾਲ ਕੀਤੇ ਕਰਾਰ ਵਿਸਾਰਦੇ ਤੇ ਯਾਦ ਕਰਦੇ ਕਿ ਹੁਣ ਗੱਲ ਸਿਆਣੇ ਪੁੱਤਰ ਨੂੰ ਉਸਦੀ ਰੁਚੀ ਦੇ ਉਲਟ ਨਹੀਂ ਆਖਣੀ। ਮਤਾਂ ਫੇਰ ਵਿਦੇਸ਼ ਟੁਰ ਜਾਏ, ਨਾ ਹੀ ਰਹਿ ਸਕੇ। ਪਾਸ ਆ ਬੈਠੇ ਤੇ ਆਖਣ ਲੱਗੇ, ਬੱਚਾ ਜੀ ਹੁਣ ਤੁਸੀਂ ਵਡੇਰੀ ਉਮਰ ਦੇ ਹੋਏ ਹੋ, ਦੇਸ਼ ਪ੍ਰਦੇਸ਼ ਵਿੱਚ ਘੁੰਮ ਆਏ ਹੋ। ਸਾਡੀ ਉਮਰਾਂ ਬਿਰਧਾਪਨ ਦੀ ਹੋ ਗਈ ਹੈ, ਤੁਸੀਂ ਹੁਣ ਪਰਦੇਸ਼ੀ ਜਾਣਾ ਛੋੜ ਦਿਓ ਤੇ ਇੱਥੇ ਆਪਣੇ ਘਰ ਟਿਕ ਕੇ ਬੈਠ ਜਾਓ। ਕਰੋ ਉਹ ਜੋ ਤੁਹਾਡਾ ਚਿੱਤ ਕਰੇ। ਪਰ ਦੇਖੋ ਕਿਤਨਾ ਅਕਾਲ ਬੀਤ ਗਿਆ ਹੈ ਕਿ ਤੁਹਾਡੇ ਬੱਚੇ ਤੇ ਇਸਤਰੀ ਵਿਛੜੇ ਹਨ। ਉਹਨਾਂ ਨੂੰ ਪਾਸ ਰੱਖੋ, ਤੁਸੀਂ ਘਰ-ਬਾਰੀ ਹੋ ਕੇ ਘਰ-ਬਾਰ ਸੰਭਾਲੋ। ਖਾਣ ਪੀਣ ਜੋਗਾ ਭਗਵਾਨ ਦਾ ਦਿੱਤਾ ਬਹੁਤ ਹੈ, ਹੁਣ ਤਾਂ ਕੇਵਲ ਤੁਹਾਡੇ ਟਿਕ ਜਾਣ ਤੇ ਘਰ ਸੰਭਾਲਣੇ ਦੀ ਲੋੜ ਹੈ। ਤੁਹਾਡੀ ਥੋੜੀ ਸਤਾ ਦੇਣ ਨਾਲ ਨਿਰਬਾਹ ਜੋਗਾ ਚੰਗਾ ਪਦਾਰਥ ਆਵੇਗਾ ਪਿਆ। ਹੁਣ ਸਾਡੀਆਂ ਅੱਖਾਂ ਤੋਂ ਦੂਰ ਨਾ ਹੋਵੋ। ਤੁਹਾਡੀ ਮਾਤਾ ਬੜਾ ਵੈਰਾਗ ਕਰਦੀ ਹੈ, ਹੁਣ ਉਸ ਨੂੰ ਵਿਛੋੜਾ ਨਾ ਦਿਓ। ਜਿਤਨੇ ਦਿਨ ਸਾਡੇ ਬਾਕੀ ਹਨ ਅਸੀਂ ਤੁਸਾਂ ਦੇ ਨੂਰ ਚਮਕਦੇ ਮੱਥੇ ਦੇ ਦਰਸ਼ਨਾਂ ਨੂੰ ਤਰਸਦੇ ਨਾ ਰਹੀਏ। ਸਾਡੀਆਂ ਨਜ਼ਰਾਂ ਤੋਂ ਓਲੇ ਨਾ ਹੋਵੋ। ਟੱਬਰ ਖਿੰਡਿਆ ਪਿਆ ਹੈ, ਸਾਰਾ ਇਕੱਠਾ ਕਰੋ ਤੇ ਸੁੱਖ ਨਾਲ ਵਸੋ ਰਸੋ। ਇਹ ਸੁਣ ਕੇ ਮੁਸਕਰਾਏ ਤੇ ਜਗਤ ਦਾਤਾ ਜੀ ਬੋਲੇ, ਪਿਤਾ ਜੀ ਜੋ ਆਖਦੇ ਹੋ ਠੀਕ ਹੈ, ਪਰ ਜਿਸ ਦਾ ਘੱਲਿਆ ਆਇਆ ਹਾਂ ਉਸ ਦੇ ਹੁਕਮ ਦੀ ਸਾਰੀ ਖੇਡ ਹੈ। ਮੈਂ ਨਾ ਤਾਂ ਸੰਨਿਆਸੀ ਹਾਂ, ਨਾ ਵੈਰਾਗੀ, ਨਾ ਜੋਗੀ, ਨਾ ਮੈਂ ਘਰਬਾਰੀ ਹਾਂ, ਨਾ ਦੇਸ਼ਾਟਨੀ। ਮੈਂ ਤਾਂ ਹੁਕਮੀ ਬੰਦਾ ਹਾਂ। ਮਾਲਕ ਜੋ ਕਹਿੰਦਾ ਹੈ ਕਰਦਾ ਹਾਂ, ਜਿੱਧਰ ਪ੍ਰੇਰਦਾ ਹੈ ਉਧਰ ਜਾਂਦਾ ਹਾਂ। ਇਸ ਵੇਲੇ ਤ੍ਰਿਪਤਾ ਜੀ ਵੀ ਪਾਸ ਆ ਬੈਠੇ। ਕਾਲੂ, ਜਗਤ ਵਿੱਚ ਸਭ ਤੋਂ ਵੱਡਾ ਹੱਕ ਪਿਤਾ ਮਾਤਾ ਦਾ ਹੈ। ਉਹ ਮਾਲਕ ਕਿਹੜਾ ਹੈ ਜਿਸ ਦੇ ਹੁਕਮ ਵਿੱਚ ਤੁਸੀਂ ਸਾਡੀ ਸੇਵਾ ਛੋੜ ਕੇ ਫਿਰਦੇ ਹੋ। ਇਹ ਵਾਕ ਸੁਣ ਕੇ ਸ੍ਰੀ ਗੁਰੂ ਜੀ ਦਾ ਚਿਹਰਾ ਬਦਲਿਆ।
ਅੱਖਾਂ ਵਿੱਚੋਂ ਕੋਈ ਅਨੋਖੀ ਲਹਿਰ ਲੰਘੀ। ਤੱਕੇ ਪਰ ਫਿਰ ਨੈਣ ਬੰਦ ਹੋ ਗਏ। ਹੁਣ ਚਿਹਰੇ ਤੇ ਇੱਕ ਦੀਪਕ ਜੋਤ ਦੇ ਪ੍ਰਵੇਸ਼ ਵਾਂਗੂ ਨਵੀਂ ਆਭਾ ਚੜ੍ਹ ਆਈ। ਮਾਤਾ ਪਿਤਾ ਵੇਖ ਕੇ ਅਚੰਭਾ ਹੋ ਗਏ। ਪਲ ਮਗਰੋਂ ਸ੍ਰੀ ਦਾਤਾ ਮਾਲਕ ਜੀ ਦੇ ਇਲਾਹੀ ਗਲੇ ਤੋਂ ਧੁਨ ਉੱਠੀ, ਧੰਨ ਨਿਰੰਕਾਰ, ਧੰਨ ਨਿਰੰਕਾਰ। ਕਿਤਨਾ ਸਮਾਂ ਇਹ ਰੰਗ ਛਾਇਆ ਰਿਹਾ। ਐਸਾ ਕਿ ਅੱਜ ਬਾਬਾ ਕਾਲੂ ਜੀ ਦੀ ਹਿਸਾਬੀ ਬਿਰਤੀ ਵਾਲਾ ਖਿੰਡਿਆ ਮਨ ਵੀ ਕੁਛ ਜੁੜ ਗਿਆ, ਕੁਛ ਸਹਿਮ ਗਿਆ, ਕੁਛ ਆਪੇ ਉਹ ਵੀ ਧੰਨ ਨਿਰੰਕਾਰ ਕਹਿਣ ਲੱਗ ਪਿਆ। 2 ਘੜੀ ਇਹ ਰੰਗ ਲੱਗਾ ਰਿਹਾ। ਕੁਛ ਹੋਰ ਪ੍ਰੇਮੀ ਵੀ ਆ ਗਏ। ਉਸ ਵੇਲੇ ਜੋ ਆਇਆ ਚੁੱਪ ਬਹਿ ਗਿਆ ਤੇ ਇਸੇ ਰੰਗ ਵਿੱਚ ਰੰਗਿਆ ਗਿਆ ਤੇ ਸਭ ਇਸੇ ਧੁਨੀ ਵਿੱਚ ਰਲ ਗਏ। ਧੰਨ ਨਿਰੰਕਾਰ, ਧੰਨ ਨਿਰੰਕਾਰ। 2 ਘੜੀ ਮਗਰੋਂ ਨਿਰੰਕਾਰ ਦੇ ਪ੍ਰੇਮ ਵਿੱਚ ਰਤੇ ਨੈਣ ਫਿਰ ਖੁੱਲੇ ਤੇ ਪਿਤਾ ਵੱਲ ਤੱਕ ਕੇ ਬੋਲੇ, ਆਪਣੇ ਠਾਕਰ ਕੀ ਹਉ ਚੇਰੀ, ਚਰਨ ਗਹੇ ਜਗਜੀਵਨ ਪ੍ਰਭ ਕੇ ਹੋਂ ਮੈਂ ਮਾਰ ਨਿਬੇਰੀ ਰਹਾਓ। पूर्ण प्रेम ज्योत परमेश्वर प्रीतम प्राण हमारे, मोहन मोह लिया मन मेरा समझ शब्द विचारे। मन मुखहीन होछी मत झूठी, मन तन पीर शरीरे, जबकि राम रंगीले राती राम जपत मन तीरे। हों मैं छोड़ भई बैरागन तब साची सुरत समानी, अकुल निरंजन स्यों मन मानिया बिसरी लाज लोकानी। भूत भविख नहीं तुम जैसे, मेरे प्रीतम प्राण आधारा, हर कै नाम रति सुहागन, नानक राम पतारा। अज आया पहला दिन कि बाबे कालू दा दिल भी हिलिया। एक निगाह भर के पुत्र वल तकिया। ਉਹ ਨਿਗਾਹ ਜਿਹੜੀ ਅੱਗੇ ਕਦੇ ਨਹੀਂ ਸੀ ਤੱਕ ਸਕਿਆ। ਇੱਕ ਝੂਟਾ ਜਿਹਾ ਆਇਆ ਤੇ ਇੱਕ ਝੂਮ ਜਿਹੀ ਲੰਘੀ। ਜਿਉਂ-ਜਿਉਂ ਪੁੱਤਰ ਵੱਲ ਤੱਕੇ ਕੁਛ ਡੋਰਾ ਭੋਰਾ ਹੁੰਦਾ ਜਾਏ। ਉਹ ਥਰ ਜੋ ਪੁੱਤਰ ਦੌਲਤ ਕਮਾਏ ਸੇਵਾ ਕਰੇ ਦਾ ਅੰਦਰ ਬੱਝਾ ਹੋਇਆ ਸੀ ਟੁੱਟਾ। ਇੱਕ ਛਿਨ ਪੁੱਤਰ ਭਾਵ ਪਰੇ ਹਟ ਕੇ ਵਿਹੜੇ ਬੈਠੀ ਜੋਤ ਸਾਧੂ ਨਜ਼ਰੀ ਹੋਆਈ। ਅਗਲੀ ਛਿਨ ਇੱਕ ਨੀਂਦ ਜਿਹੀ ਦਾ ਝੂਟਾ ਆਇਆ ਤਾਂ ਮੁੱਦਤਾਂ ਬੀਤ ਗਿਆ ਦਾ ਸੁਪਨਾ ਅੱਖਾਂ ਅੱਗੋਂ ਫੇਰ ਲੰਘਿਆ। ਫਿਰ ਨੈਣ ਖੁੱਲੇ, ਫਿਰ ਤੱਕਿਆ, ਫਿਰ ਫੁਰਨਾ ਫੁਰਿਆ। ਕੀ ਜਾਣੀਏ ਇਹ ਸੱਚੀ ਮੁੱਚੀ ਕੋਈ ਮਹਾਂ ਜੋਤ ਹੀ ਹੋਵੇ। ਜਗਤ ਵੀ ਪੈਰੀ ਪੈਂਦਾ ਹੈ। ਇਹ ਵੀ ਸਾਰੀ ਉਮਰਾਂ ਆਪਣੀ ਧੁਨੋਂ ਨਹੀਂ ਮੁੜਿਆ ਤੇ ਜੋ ਉਚਾਰਦਾ ਹੈ ਪਿਆਰ ਦੀ ਖਿੱਚ ਪਾਉਂਦਾ ਹੈ। ਇਸ ਤਰ੍ਹਾਂ ਦੇ ਵਿਚਾਰ ਤੇ ਉਸ ਤਰ੍ਹਾਂ ਦੇ ਝਾਂਵਲੇ ਵਾਰੋ ਵਾਰੀ ਅੱਖਾਂ ਅੱਗੋਂ ਲੰਘ ਰਹੇ ਸਨ ਕਿ ਸ੍ਰੀ ਗੁਰੂ ਜੀ ਨੇ ਇੱਕ ਤਿਰਛੀ ਨਿਗਾਹ ਨਾਲ ਪਿਤਾ ਜੀ ਵੱਲ ਤੱਕਿਆ। ਉਹ ਪੜਦਾ ਜੋ ਭਗਤੀ ਭਾਵ ਬਿਨਾਂ ਮਨ ਤੋਂ ਨਹੀਂ ਉਤਰਦਾ, ਇਸ ਨਿਗਾਹ ਨਾਲ ਰਤਾ ਲਾਂਬੇ ਹੋ ਗਿਆ। ਬਾਬੇ ਕਾਲੂ ਨੂੰ ਪੁੱਤਰ ਅਵਤਾਰ ਨਜ਼ਰੀ ਆਇਆ। ਇੱਕ ਨਿਗਾਹ ਨਾਲ ਮਾਇਆ ਦੇ ਸਵਾਮੀ ਨੇ ਖਿੱਚਿਆ। ਕਾਲੂ ਦੇ ਹਿਰਦੇ ਤੋਂ ਪਟ ਲੱਥੇ। ਉਸ ਛਿਨ ਸੋਚਾਂ ਵਹਿਮਾਂ ਵਿੱਚੋਂ ਨਿਕਲ ਕੇ ਗਿਆਤ ਦੇ ਘਰ ਮਨ ਆ ਗਿਆ। ਉਹ ਜੋ ਇੱਕ ਨਸ਼ਾ, ਇੱਕ ਮਦ, ਇੱਕ ਵਿਸ਼ ਜਿਹੀ ਮਾਇਆ ਦੇ ਮੋਹ ਦੀ ਚੜੀ ਹੋਈ ਸੀ, ਉਹ ਜੋ ਪਿਛਲੇ ਕੀਤੇ ਤਪਾਂ ਦੀ ਤਾਮਸ ਦਾ ਹਨੇਰਾ ਸੀ, ਦੂਰ ਹੋ ਗਿਆ। ਇੱਕ ਹੋਰ ਤਰ੍ਹਾਂ ਦੀ ਸੋਝੀ ਹੋ ਆਈ। ਕੀ ਦੇਖਦਾ ਹੈ ਕਿ ਪਿਤਾ ਪੁੱਤਰ ਕੋਈ ਨਹੀਂ। ਮੈਂ ਇੱਕ ਜਗਿਆਸੂ ਹਾਂ ਜਿਸ ਨੂੰ ਭਾਵ ਭਗਤੀ ਤੇ ਕਲਿਆਣ ਦੀ ਲੋੜ ਹੈ। ਔਰ ਸਾਹਮਣੇ ਜੋ ਬੈਠਾ ਹੈ ਸੋ ਦਾਤਾ ਹੈ, ਅਰਸ਼ਾਂ ਤੋਂ ਆਇਆ ਹੈ, ਤ੍ਰਿਲੋਕੀ ਦਾ ਨਾਥ ਹੈ। ਗੁਪਤ ਪ੍ਰਗਟ ਸੰਸਾਰ ਸਾਰਾ ਇਸ ਦੇ ਚਰਨਾਂ ਤੇ ਹੈ। ਤਦ ਡਾਢੀ ਸ਼ਰਧਾ ਤੇ ਪਿਆਰ ਦੇ ਘਰ ਵਿੱਚ ਆ ਕੇ ਬੋਲਿਓ ਕਰਕੇ ਭਾਵ ਕਨੇਰਾ, ਮੈਂ ਜਾਣਤ ਰਹਿਓ ਸੁਤ ਮੇਰਾ, ਮਹਾਂਪੁਰਖ ਤੁਮ ਦੀਨ ਦਿਆਲਾ, ਮੁਝ ਉਰਦੀ ਜੈ ਗਿਆਨ ਵਿਸਾਲਾ, ਜਿਸ ਤੇ ਜਨਮ ਮਰਨ ਹੁਆ ਹਾਨਾ, ਉਪਜੈ ਅਬਜੁਲ ਆਨੰਦ ਮਹਾਨਾ, मैं हूँ कौन मोहे सुध नाही, रहो हरक सोक के माही, एक छिन मन थिर होवत नाही, विचरे राग द्वैह के माही। इस तरह की ज्ञात अपने मन की दशा दी हो आई।
ਤੇ ਇਸ ਤਰ੍ਹਾਂ ਦੀ ਪਿਆਸ ਵਾਹਿਗੁਰੂ ਦੀ ਮਿਹਰ ਦੀ ਲੱਗ ਆਈ ਤਾਂ ਸ੍ਰੀ ਗੁਰੂ ਜੀ ਬੋਲੇ, ਇਸ ਸਾਰੇ ਪਸਾਰੇ ਵਿੱਚ ਇੱਕ ਜੋਤ, ਹਾਂ ਏਕਾ ਜੋਤ ਪਸਰ ਰਹੀ ਹੈ। ਇਹ ਸਾਰਾ ਪਸਾਰਾ ਵੀ ਉਸੇ ਇੱਕੋ ਜੋਤ ਦਾ ਪਸਾਰਾ ਹੈ। ਉਹ ਜੋਤ ਨਿਰੰਕਾਰ ਹੈ, ਉਹ ਜੀਵਨ ਆਧਾਰ ਹੈ। ਉਸ ਦੇ ਜੋ ਸਨਮੁਖ ਹੈ ਉਹ ਸੁਖੀ ਹੈ, ਜਿਵੇਂ ਜੋ ਅੱਗ ਦੇ ਸਨਮੁਖ ਹੈ ਉਹ ਨਿੱਘਾ ਹੈ, ਤੇ ਜੋ ਉਸ ਤੋਂ ਵਿਮੁਖ ਹੈ ਦੂਰ ਹੈ ਸੋ ਦੁੱਖ ਵਿੱਚ ਹੈ। ਜਿਵੇਂ ਅਗਨੀ ਤੋਂ ਜੋ ਦੂਰ ਹੈ ਸੋ ਪਾਲੇ ਦੇ ਕਸ਼ਟ ਵਿੱਚ ਹੈ, ਤਿਵੇਂ ਜੋ ਸਾਈਂ ਤੋਂ ਦੂਰ ਹੈ ਦੁੱਖ ਵਿੱਚ ਹੈ। 8 ਪਹਿਰ ਇਸ ਜੋਤ ਪਰ, ਇਸ ਨਿਰੰਜਨ ਨਿਰੰਕਾਰ ਪਰ ਮਨ ਦਾ ਟਿਕਾਉ ਲੋੜੀਏ। ਜਦ ਇਹ ਨਿਰੰਕਾਰ ਸਾਰੇ ਹੈ, ਘਟ ਘਟ ਵਿੱਚ ਹੈ, ਫਿਰ ਰਾਗ ਦੁਐਖ ਹਰਕ ਸ਼ੋਕ ਕਾਦਾ। ਇਹ ਜੋਤ ਇੱਥੇ ਉੱਥੇ ਸਾਰੇ ਹੈ, ਫਿਰ ਮਨ ਦਾ ਭਾਉ ਕਿਉਂ। ਜਦ ਇਹ ਹਰ ਥਾਂ ਰਾਖਾ ਮਾਲਕ ਪਾਲਕ ਹੈ, ਤਾਂ ਧਨ ਦਾ ਹਨੇਰੇ ਵਾਲਾ ਪਿਆਰ ਕਾਸ ਨੂੰ। ਜਦ ਘਰ ਬਾਰ ਸਾਰੇ ਉਹ ਹੈ, ਤਾਂ ਘਰ ਦਾ ਮੋਹ ਕਿਉਂ ਤੇ ਬਾਹਰ ਦਾ ਤਰਾਸ ਕਿਉਂ। ਕਾਲੂ, ਪਰ ਦੀਦਾ ਨਹੀਂ ਨਾ ਜੀਓ। ਗੁਰੂ ਜੀ, ਨਿਰੰਕਾਰ ਸਾਰੇ ਹੈ। ਜਿਵੇਂ ਧਰਤੀ ਵਿੱਚ ਜਲ ਆਉਂਦਾ ਹੈ ਪਰ ਲੁਕਿਆ ਹੋਇਆ, ਇਸੇ ਤਰ੍ਹਾਂ ਨਾ ਜਾਣਨ ਹਾਰਾਂ ਦੇ ਅੰਦਰ ਵੀ ਨਿਰੰਕਾਰ ਹੈ ਪਰ ਲੁਕਿਆ ਹੋਇਆ। ਜਿਵੇਂ ਖੂਹ ਪੁੱਟੋ ਤਾਂ ਜਲ ਪ੍ਰਗਟ ਹੋ ਜਾਂਦਾ ਹੈ, ਤਿਵੇਂ ਜਗਿਆਸੂਆਂ ਨੂੰ ਭਾਵ ਭਗਤੀ ਦੇ ਯਤਨ ਨਾਲ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਜਿਵੇਂ ਨਦੀ ਦਾ ਪਾਣੀ ਆਪੇ ਵਹਿ ਰਿਹਾ ਹੈ ਤੇ ਬਿਨਾਂ ਯਤਨ ਦੇ ਪ੍ਰਗਟ ਹੀ ਰਹਿੰਦਾ ਹੈ, ਤਿਵੇਂ ਪ੍ਰੇਮ ਵਾਲੇ, ਭਗਤੀ ਵਾਲੇ, ਜਾਗ ਪਈ ਦ੍ਰਿਸ਼ਟੀ ਵਾਲੇ ਸੁਰਜੀਤ ਮਨਾਂ ਨੂੰ ਸਦਾ ਹਾਜ਼ਰਾ ਹਜ਼ੂਰ ਦਿਸਦਾ ਤੇ ਭਾਸਦਾ ਹੈ। ਸੋ ਸਾਰੇ ਜਗਤ ਵਿੱਚ, ਸਾਰੇ ਘਟਾਂ ਵਿੱਚ, ਹਰ ਥਾਂ, ਹਰ ਰੰਗ, ਹਰ ਜਗ੍ਹਾ ਨਿਰੰਕਾਰ ਪੂਰਨ ਹੈ, ਹਾਜ਼ਰਾ ਹਜ਼ੂਰ ਭਾਸਦਾ ਹੈ। ਮਨਾਂ ਦੀ ਗਤੀ ਦਾ ਫਰਕ ਹੈ। ਮਨਾਂ ਨੂੰ ਮੋਹ ਨਿੰਦਰਾ ਤੋਂ ਜਗਾਉਣਾ ਹੈ। ਕਾਲੂ, ਕਿਵੇਂ ਸੁੱਤਾ ਮਨ ਜਾਗੇ ਕੀ ਕੂੰ। ਗੁਰੂ ਜੀ, ਉਸ ਨਿਰੰਕਾਰ ਨੂੰ ਸਿਮਰੇ, ਯਾਦ ਕਰੇ, ਧਿਆਵੇ, ਜਪੇ, ਉੱਠਦਿਆਂ ਬਹਿੰਦਿਆਂ ਟੁਰਦਿਆਂ ਸੁੱਤਿਆਂ ਕਿ ਕਾਰੇ ਲੱਗਿਆਂ ਉਸ ਨਿਰੰਕਾਰ ਨਿਰਵਾਣ ਨੂੰ ਕਦੇ ਨਾ ਭੁੱਲੇ। ਇਹ ਯਾਦ ਨਿਰੰਤਰੀ, ਇਹ ਲਗਾਤਾਰੀ ਯਾਦ ਮਾਇਆ ਦੇ ਪਰਦੇ ਤੋੜਦੀ ਹੈ। ਇਹੋ ਨਿਰਮਲ ਉਜਲ ਲਖਤਾ ਹੋ ਕੇ ਅੰਦਰ ਸਮਾਉਂਦੀ ਹੈ ਤੇ ਨਿਰੰਕਾਰ ਤੇ ਸਾਡੇ ਵਿੱਚੋਂ ਸਾਰੀਆਂ ਵਿਥਾਂ ਮੇੜਦੀ ਹੈ। ਇਹ ਸੁਣ ਕੇ ਕਾਲੂ ਨੇ ਫਿਰ ਦਾਤਾ ਜੀਵਨ ਨੇ ਡਿੱਠਾ। ਇਸ ਵੇਲੇ ਮਨ ਸ਼ਰਧਾ ਵਿੱਚ ਸੀ, ਪੁੱਤਰ ਭਾਵਨਾ ਨਾਲ ਨਹੀਂ ਸੀ। ਅਚਰਜ ਤੇ ਵਿਸਮਾਦ ਦੇ ਘਰ ਜਾ ਕੇ ਵੇਖਿਓਸ ਤਾਂ ਕੀ ਡਿੱਠੋਸ ਕਿ ਗੁਰੂ ਨਾਨਕ ਦੇ ਰੋਮ ਰੋਮ ਤੋਂ ਧੰਨ ਨਿਰੰਕਾਰ ਹੋ ਰਿਹਾ ਹੈ। ਦਿਸਦਾ ਹੈ ਅੱਖਾਂ ਨਾਲ, ਸੁਣੀਦਾ ਹੈ ਕੰਨਾਂ ਨਾਲ। ਹਾਂ, ਗੁਰੂ ਨਾਨਕ ਦੇ ਉਦਾਲੇ ਧੰਨ ਨਿਰੰਕਾਰ ਦੀਆਂ ਸੂਰਜ ਕਿਰਨਾਂ ਦਾ ਮੀਂਹ ਵਸ ਰਿਹਾ ਹੈ। ਵਣ ਤ੍ਰਿਣ ਸਭ ਤੋਂ ਧੰਨ ਨਿਰੰਕਾਰ ਨਿਕਲ ਰਿਹਾ ਹੈ। ਲੱਗ ਪਿਆ ਹੁਣ ਲੋਚਾ ਕਾਲੂ ਨੂੰ ਧੰਨ ਨਿਰੰਕਾਰ ਦਾ। ਲੱਗ ਗਈ ਛੋਤ ਇਸ ਮਹਾਰਸ ਦੀ ਤੇ ਜਪਣ ਲੱਗ ਗਿਆ ਕਾਲੂ, ਧੰਨ ਨਿਰੰਕਾਰ ਧੰਨ ਨਿਰੰਕਾਰ। ਨਿਰਮਲ ਮਨ ਵੈ ਸਿਮਰਨ ਲਾਗਾ, ਉਪਜੋ ਗਿਆਨ ਮੋਹ ਤਮ ਭਾਗਾ। ਹਾਂਜੀ, ਬਾਬਾ ਕਾਲੂ ਨਾਮ ਜਪ ਰਿਹਾ ਹੈ। ਅੱਜ ਨਾਨਕ ਉਸ ਬਾਲਕੇ ਨਾਨਕ ਤੋਂ ਗਿਆਨ ਲੈ ਕੇ ਰੋਸ਼ਨ ਹੋ ਗਿਆ ਹੈ ਕਿ ਜਿਸ ਨਾਨਕ ਨਿਰਵਾਣ ਨੂੰ ਸਾਰੀ ਉਮਰ ਆਪਣੇ ਹਨੇਰੇ ਵਿੱਚ ਪਾਉਣ ਦਾ ਯਤਨ ਕਰਦਾ ਰਿਹਾ ਹੈ, ਜਿਸ ਨਾਨਕ ਨੂੰ ਕੁਲ ਦਾ ਨਮੂਜ ਗੁਆਉਣ ਵਾਲਾ, ਘਰ ਦਾ ਦਰਬ ਲੁਟਾ ਦੇਣ ਵਾਲਾ ਮਖੱਟੂ ਤੇ ਦੀਵਾਨਾ ਜਾਣਦਾ ਸੀ, ਉਹ ਨਾਨਕ ਦਾਤਾ ਸਾਈਂ ਰੂਪ ਹੋ ਦਿਸਿਆ ਹੈ। ਜਿਸ ਨਾਨਕ ਦੀਆਂ ਕੋਮਲ ਗੱਲਾਂ ਉੱਤੇ 20 ਰੁਪਇਆਂ ਬਦਲੇ ਨੀਲੇ ਕਮਲ ਦੀ ਮੂਰਤ ਵਾਈ ਸੀ, ਅੱਜ ਉਹ ਨਾਨਕ ਅਰਸ਼ ਕੁਰਸ਼ ਦਾ ਮਾਲਕ ਨਜ਼ਰੀ ਆਇਆ ਹੈ ਤੇ ਸਾਰੀ ਮਾਇਆ ਉਸਦੇ ਚਰਨਾਂ ਵਿੱਚ ਰੁਲਦੀ ਨਜ਼ਰੀ ਪਈ ਹੈ। ਹਾਏ ਜਗਤ, ਸ਼ੋਕ ਹੈ ਕਿ ਤੂੰ ਕਦੇ ਵੇਲੇ ਸਿਰ ਪਛਾਣ ਨਹੀਂ ਕੀਤੀ। ਜਿਨ੍ਹਾਂ ਦੇ ਤੂੰ ਆਪਣੇ ਅਗਿਆਨ ਵਿੱਚ ਸਿਰ ਤਨ ਤੋਂ ਜੁਦਾ ਕੀਤੇ,
ਉਹਨਾਂ ਲਈ ਹੀ ਫਿਰ ਤੂੰ ਯਾਦਗਾਰਾਂ ਦੇ ਮੰਦਰ ਬਣਾਏ। ਅਨੇਕਾਂ ਵਾਰ ਤੂੰ ਭੁੱਲ ਕੀਤੀ, ਅਨੇਕਾਂ ਵਾਰ ਸਿੱਖੀ, ਪਰ ਤੈਨੂੰ ਸਿੱਖਣ ਵਿੜ ਕਦੇ ਨਾ ਆਈ। ਸਦਾ ਮਹਾਂਪੁਰਖਾਂ ਤੇ ਉੱਚੇ ਮਨਾਂ ਨੂੰ ਤੂੰ ਸਤਾਇਆ, ਤੇ ਅੱਜ ਤੱਕ ਕਦੇ ਵੀ ਤੂੰ ਪਹਿਲੋਂ ਸੋਝੀ ਨਹੀਂ ਕੀਤੀ। ਕਦੇ ਵੇਲੇ ਸਿਰ ਤੂੰ ਕਦਰ ਕੀਤੇ ਜਾਣ ਯੋਗਾਂ ਦੀ ਕਦਰ ਨਹੀਂ ਪਾਈ। ਹਾਂਜੀ, ਉਹ ਗੁਰੂ ਨਾਨਕ ਨੂੰ ਕੁਲ ਡੋਬੂ ਪੁੱਤਰ ਜਾਣਨ ਵਾਲਾ ਬਾਬਾ ਕਾਲੂ ਅੱਜ ਕਹਿੰਦਾ ਹੈ, ਇਹ ਤਾਂ ਕਲਯੁਗ ਨੂੰ ਤਾਰਨ ਲਈ ਗੁਰੂ ਹੋ ਕੇ ਆਇਆ ਹੈ। ਬਾਬੇ ਕਾਲੂ ਦੇ ਅੱਜ ਦੇ ਮਹਾਂਵਾਕ ਨੂੰ ਭਾਈ ਗੁਰਦਾਸ ਆਪਣੇ ਸਮੇਂ ਦੁਹਰਾਉਂਦਾ ਹੈ ਤੇ ਗਾਉਂਦਾ ਹੈ, ਕਲ ਤਾਰਨ ਗੁਰੂ ਨਾਨਕ ਆਇਆ। ਆਓ ਅੱਜ ਅਸੀਂ ਵੀ ਗਾਵੀਏ, ਕਲ ਤਾਰਨ ਗੁਰੂ ਨਾਨਕ ਆਇਆ, ਤੇ ਗਾਵੋ, ਮੋਹਿ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਹੁਣ ਦੇਖੋ ਬਿਰਧ ਗੁਰੂ ਨਾਨਕ ਦੇਵ ਜੀ ਦਾ, ਜਿਸ ਪਿਓ ਨੇ ਸਦਾ ਔਖਿਆਂ ਕੀਤਾ, ਜਿਸ ਨੇ ਚਪੇੜਾਂ ਮਾਰ ਮਾਰ ਗੱਲਾਂ ਤੇ ਨੀਲ ਪਾਏ, ਮੁੜ ਮੁੜ ਉਸੇ ਪਿਓ ਨੂੰ ਮਿਲਣ ਆਉਂਦੇ ਹਨ, ਅਦਬ ਕਰਦੇ ਹਨ, ਬੋਲ ਕਬੋਲ ਝੱਲਦੇ ਹਨ ਤੇ ਫਿਰ ਝੁਕਦੇ ਹਨ। ਜਦੋਂ ਹੀ ਕਿ ਵੇਲਾ ਸਮਾਂ ਆਇਆ, ਮੌਕਾ ਤੀਰ ਸੇਧਣ ਦਾ ਲੱਜਾ, ਉਸ ਪਿਓ ਦੇ ਕਲੇਜੇ ਵਿੱਚ ਸਚਾਵਾ ਬਾਣ ਸਨ ਕੇ ਮਾਰਦੇ ਹਨ ਤੇ ਮਾਇਆ ਦੇ ਪਰਦੇ ਵਿੰਨ ਕੇ ਤੇ ਭਰਮ ਦੇ ਛੋੜ ਕੱਟ ਕੇ ਸਾਈਂ ਦੇ ਪਿਆਰ ਵਿੱਚ ਪਾ ਦਿੰਦੇ ਹਨ, ਜੀਅ ਦਾਨ ਦੇ ਦਿੰਦੇ ਹਨ। ਇਧਰੋਂ ਨਜ਼ਰ ਚਾ ਕੇ ਜਗਤ ਦੇ ਨਾਥ ਨੇ ਆਪਣੀ ਮਾਂ ਵੱਲ ਡਿੱਠਾ। ਉਹਨਾਂ ਦੇ ਨੈਣ ਬੰਦ ਸਨ, ਚਿਹਰੇ ਤੇ ਇੱਕ ਆਭਾ ਛਾ ਰਹੀ ਸੀ। ਅੰਤਰ ਦੀ ਗਤੀ ਵਾਹਿਗੁਰੂ ਜਾਣੇ, ਪਰ ਚਿਹਰਾ ਅਡੋਲ ਟਿਕ ਰਿਹਾ ਸੀ। ਜਗਤ ਆਧਾਰ ਜੀ ਨੇ ਹੁਣ ਮਾਂ ਵੱਲ ਉਸੇ ਨਿਗਾਹ ਨਾਲ, ਜਿਸ ਨਿਗਾਹ ਦੀ ਯਾਚਨਾ ਕਰਦਿਆਂ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ, ਯਕ ਨਿਗਾਹੇ ਜਾਂ ਫਜ਼ਾਇਸ਼ ਬਸ ਬਵਦ ਦਰਕਾਰ ਮਾਂ, ਤੱਕਿਆ। ਉਹਨਾਂ ਨੈਣ ਖੋਲੇ ਤੇ ਬਾਵਲੇ ਉਹ ਚਰਨਾਂ ਵੱਲ ਟੈਠੇ। ਪਰ ਗੁਰੂ ਨਾਨਕ ਨੇ ਬਾਹਾਂ ਤੇ ਬੋਝ ਕੇ ਉੱਚੀ ਕਿਹਾ, ਧੰਨ ਨਿਰੰਕਾਰ, ਧੰਨ ਨਿਰੰਕਾਰ, ਤੇ ਮਾਤਾ ਦੇ ਲੂੰ ਲੂੰ ਤੋਂ ਛਿੜ ਪਈ ਚੁਨਕਾਰ, ਧੰਨ ਨਿਰੰਕਾਰ ਦੀ। ਹਾਂ ਨਿਰੰਕਾਰ ਸਾਰੇ ਵਸਦਾ ਰਸਦਾ ਹੋ ਪਾਸਿਆ, ਖੁੱਲ ਗਈ ਮੋਹ ਨੀਂਦ ਅੰਮਾਂ ਦੀ, ਮੋਹ ਮਮਤਾ ਮਿਟ ਗਈ, ਪ੍ਰੇਮ ਤੇ ਸ਼ਰਧਾ ਨੇ ਥਾਂ ਮੱਲੀ, ਤੇ ਸਾਰੇ ਲੂਆਂ ਨੇ ਜੀਭ ਬਣ ਕੇ ਆਖਿਆ, ਸ਼ੁਕਰ ਸ਼ੁਕਰ। ਵੇ ਧਰਤ ਆਕਾਸ਼ ਦੇ ਮਾਲਕਾ, ਇਹ ਝਲਕਾ ਪਹਿਲੇ ਦਿਨ ਹੀ ਕਿਉਂ ਨਾ ਦੱਸਿਆ। ਮੈਂ ਭੁੱਲੀ ਰਹੀ ਪੁੱਤਰ ਪ੍ਰੇਮ ਵਿੱਚ, ਤੇ ਤੂੰ ਸੈਂ ਆਪ ਤੁਰੋਂ ਆਪ ਤੁਰੋਂ। ਹਾਂ ਮਾਈ, ਪਰਮ ਪਵਿੱਤਰ ਮਾਈ, ਉਹ ਦਾਤਾਂ ਤਾਂ ਝਲਕੇ ਮਾਰਦਾ ਰਿਹਾ, ਸ਼ਬਦ ਉਚਾਰਦਾ ਰਿਹਾ, ਪਾਂਦੇ ਮੁੱਲਾਂ ਪੰਡਤ ਵੈਦ ਨੂੰ ਤੁਹਾਡੇ ਸਾਹਮਣੇ ਰਸਤੇ ਪਾਉਂਦਾ ਰਿਹਾ। ਪੈ ਗਈ ਸੀ ਤਦੋਂ ਰਸਤੇ ਭੈਣ ਤੇ ਬੁਲਾਰ, ਪਰ ਨਹੀਂ ਸੀ ਸੋਝੀ ਪੈਂਦੀ ਤੁਸਾਂ ਦੋਹਾਂ ਨੂੰ, ਮੋਹ ਮਾਇਆ ਦੇ ਦਾਅਵੇਦਾਰਾਂ ਨੂੰ। ਇਹ ਦਾਤ ਨਿਰਦਾਵੇ ਰਹਿਣ ਵਾਲੇ ਭਿਖਾਰੀਆਂ ਨੂੰ ਮਿਲਦੀ ਹੈ। ਦਾਅਵੇਦਾਰਾਂ ਨੂੰ ਦਾਤ ਕੌਣ ਦਿੰਦਾ ਹੈ ਤੇ ਕਿਵੇਂ ਦਿੰਦਾ ਹੈ? ਪਰ ਹਾਂ, ਇਹ ਵੀ ਗੁਰੂ ਨਾਨਕ ਦਾ ਬਿਰਧ ਹੈ ਕਿ ਜਿਸ ਨੇ ਮਾਇਆ ਮੋਹ ਦੇ ਪਟਲ ਵਿੱਚ ਉਮਰਾਂ ਬੱਧੇ ਰਹੇ ਮਾਤਾ ਪਿਤਾ ਨੂੰ ਸਦਾ ਘਰ ਦੇ ਮੋਹ ਵਿੱਚ ਖਿੱਚਣ ਵਾਲੇ ਮਾਤਾ ਪਿਤਾ ਨੂੰ ਤਾਰਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।